ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਿਹਰ ਕਲਾਸਿਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਪੰਜਾਬੀ ਤੋਂ। ਪੰਜਾਬੀ ਦਾ ਟੌਪਿਕ ਕਰਨ ਤੋਂ ਪਹਿਲਾਂ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਵਿਸ਼ੇ 'ਤੇ ਧਿਆਨ ਦੇਣ ਦੀ ਬਹੁਤ ਲੋੜ ਹੈ। ਪੰਜਾਬ ਦੇ ਪੇਪਰਾਂ ਦੇ ਪੁਆਇੰਟ ਆਫ ਵਿਊ ਨਾਲ ਵੇਖਿਆ ਜਾਏ ਤਾਂ ਪੰਜਾਬੀ ਇੱਕ ਮਹੱਤਵਪੂਰਨ ਵਿਸ਼ਾ ਹੈ। ਚਲੋ ਜੀ, ਅੱਜ ਦੀ ਸ਼ੁਰੂਆਤ ਕਰਦੇ ਹਾਂ ਪੰਜਾਬੀ ਦੇ ਪਹਿਲੇ ਟੌਪਿਕ ਤੋਂ। ਪਹਿਲੇ ਟੌਪਿਕ ਦਾ ਨਾਮ ਹੈ ਪੰਜਾਬੀ ਵਿਆਕਰਨ। ਹੁਣ ਵਿਆਕਰਨ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਆਕਰਨ ਕਹਿੰਦੇ ਕਿਹਨੂੰ ਨੇ। ਠੀਕ ਹੈ, ਕਿਸੇ ਵੀ ਭਾਸ਼ਾ ਨੂੰ ਬੋਲਣ ਜਾਂ ਲਿਖਣ ਦੇ ਵਾਸਤੇ ਕੋਈ ਨਾ ਕੋਈ ਨਿਯਮ ਬਣਾਏ ਗਏ ਹੁੰਦੇ ਨੇ। ਕੋਈ ਵੀ ਭਾਸ਼ਾ ਭਾਵੇਂ ਹਿੰਦੀ ਹੈ, ਪੰਜਾਬੀ ਹੈ, ਅੰਗਰੇਜ਼ੀ ਹੈ, ਹਰ ਇੱਕ ਭਾਸ਼ਾ ਨੂੰ ਲਿਖਣ ਦੇ ਵਾਸਤੇ ਜਾਂ ਬੋਲਣ ਦੇ ਵਾਸਤੇ ਜਿਹੜੇ ਨਿਯਮ ਬਣਾਏ ਗਏ ਨੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ? ਵਿਆਕਰਨ। ਹੁਣ ਵਿਆਕਰਨ ਦੇ ਮੁੱਖ ਭਾਗ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਪੇਪਰਾਂ ਵਿੱਚ ਅਕਸਰ ਹੀ ਪੁੱਛਿਆ ਜਾਂਦਾ ਹੈ ਕਿ ਵਿਆਕਰਨ ਦੇ ਮੁੱਖ ਤੌਰ 'ਤੇ ਕਿੰਨੇ ਭਾਗ ਨੇ। ਵਿਆਕਰਨ ਦੇ ਮੁੱਖ ਤੌਰ 'ਤੇ 4 ਭਾਗ ਨੇ। ਸਭ ਤੋਂ ਪਹਿਲੇ ਭਾਗ ਦਾ ਨਾਂ ਹੈਗਾ ਧੁਨੀ ਬੋਧ, ਜਿਹੜਾ ਕਿ ਨੰਬਰ 1 ਤੇ ਆਉਂਦਾ ਦਾ ਸਭ ਤੋਂ ਛੋਟਾ। ਠੀਕ ਹੈ ਜੀ, ਇਹਨੂੰ ਅੱਖਰ ਬੋਧ ਵੀ ਕਹਿ ਦਿੰਦੇ ਤੇ ਵਰਨ ਬੋਧ ਵੀ ਕਹਿੰਦੇ ਨੇ। ਨੰਬਰ 2 ਤੇ ਆ ਜਾਂਦਾ ਸਾਡੇ ਕੋਲੋਂ ਸ਼ਬਦ ਬੋਧ, ਨੰਬਰ 3 ਤੇ ਅਰਥ ਬੋਧ ਤੇ ਨੰਬਰ 4 ਤੇ ਆ ਜਾਂਦਾ ਸਾਡੇ ਕੋਲੋਂ ਵਾਕ ਬੋਧ। ਹੁਣ ਇਹਨਾਂ ਚਾਰਾਂ ਦੀ ਆਪਾਂ ਚਰਚਾ ਕਰਦੇ ਹਾਂ ਕਿ ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਤੇ ਵਾਕ ਬੋਧ ਹੁੰਦੇ ਕੀ ਨੇ। ਚਲੋ ਜੀ, ਆਪਾਂ ਇਹਨਾਂ ਦੇ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲੋਂ ਭਾਗ ਆ ਗਿਆ ਧੁਨੀ ਬੋਧ। ਹੁਣ ਧੁਨੀ ਬੋਧ ਜਿਹੜਾ ਹੈਗਾ ਇਹਦੇ ਬਾਰੇ ਤੁਸੀਂ ਯਾਦ ਰੱਖਣਾ ਵਾ ਕਿ ਇਹਨੂੰ ਅੱਖਰ ਬੋਧ ਵੀ ਕਹਿੰਦੇ ਨੇ ਤੇ ਵਰਨ ਬੋਧ ਵੀ ਕਹਿੰਦੇ ਨੇ। ਠੀਕ ਹੈ ਜੀ। ਹੁਣ ਪੰਜਾਬੀ ਦੀ ਜਿਹੜੀ ਲਿਪੀ ਹੈਗੀ ਹੈ ਉਹ ਕਿਹੜੀ ਹੈ? ਗੁਰਮੁਖੀ। ਗੁਰਮੁਖੀ ਲਿਪੀ ਦੇ ਅੱਖਰ ਜਿੱਦਾਂ ਊੜਾ, ਐੜਾ, ਈੜੀ। ਠੀਕ ਹੈ, ਊੜੇ ਤੋਂ ਲੈ ਕੇ ਲੱਲੇ ਦੇ ਪੈਰ ਤੱਕ ਬਿੰਦੀ ਤੱਕ ਅਗਰ ਵੇਖਿਆ ਜਾਏ ਤੇ ਟੋਟਲ 41 ਅੱਖਰ ਨੇ। ਠੀਕ ਹੈ, ਹਰ ਇੱਕ ਜਿਹੜਾ ਅੱਖਰ ਹੈਗਾ ਉਹਦੀ ਆਪਣੀ ਹੀ ਆਵਾਜ਼ ਹੈ। 2-2, 3-3 ਆਵਾਜ਼ਾਂ ਤੋਂ ਮਿਲ ਕੇ ਹਰ ਇੱਕ ਅੱਖਰ ਬਣਿਆ ਵਾ। ਜਿੱਦਾਂ ਊੜਾ, ਐੜਾ, ਈੜੀ, ਸੱਸਾ, ਹਾਹਾ। ਠੀਕ ਹੈ ਜੀ, ਊੜੇ ਤੋਂ ਲੈ ਕੇ ਲੱਲੇ ਦੇ ਪੈਰ ਤੱਕ ਬਿੰਦੀ ਦੇ ਜਿੰਨੇ ਵੀ ਅੱਖਰ ਹੈਗੇ ਸਾਰਿਆਂ ਦੀਆਂ ਅਲੱਗ-ਅਲੱਗ ਆਵਾਜ਼ਾਂ ਨੇ। ਜਦੋਂ ਆਪਾਂ ਮੂੰਹ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਦਾ ਅਧਿਐਨ ਕਰਦੇ ਹਾਂ ਤੇ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਧੁਨੀ ਬੋਧ। ਠੀਕ ਹੈ ਜੀ। ਧੁਨੀ ਦਾ ਅਰਥ ਅਗਰ ਤੁਹਾਨੂੰ ਪੁੱਛਿਆ ਜਾਏ ਕੀ ਹੁੰਦਾ ਵਾ? ਧੁਨੀ ਦਾ ਅਰਥ ਹੁੰਦਾ ਵਾ ਸਾਡੇ ਕੋਲੋਂ ਆਵਾਜ਼। ਠੀਕ ਹੈ, ਧੁਨੀ ਆਪਾਂ ਕਿਹਨੂੰ ਕਹਿੰਦੇ ਆ? ਆਵਾਜ਼ ਨੂੰ ਕਹਿੰਦੇ ਆ। ਠੀਕ ਹੈ, ਹੁਣ ਹਰ ਪੇਪਰ ਦੇ ਵਿੱਚ ਇੱਕ ਬੜਾ ਹੀ ਮਹੱਤਵਪੂਰਨ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਆਪਾਂ ਕਿਹਨੂੰ ਕਹਿੰਦੇ ਆ? ਠੀਕ ਹੈ, ਆਨਸਰ ਕੀ ਆਏਗਾ ਤੁਹਾਡਾ? ਧੁਨੀ। ਠੀਕ ਹੈ, ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹਨੂੰ ਕਹਿੰਦੇ ਆ ਆਪਾਂ? ਧੁਨੀ ਨੂੰ ਕਹਿੰਦੇ ਆ। ਨੰਬਰ 2 ਤੇ ਸਾਡੇ ਕੋਲ ਆ ਜਾਂਦਾ ਸ਼ਬਦ ਬੋਧ। ਹੁਣ ਸ਼ਬਦ ਬੋਧ ਕੀ ਹੈ? ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦੀ ਹਾਂ। ਸਭ ਤੋਂ ਪਹਿਲਾਂ ਸੀਗਾ ਵਰਨ ਬੋਧ ਤੇ ਵਰਨ ਬੋਧ ਤੋਂ ਬਾਅਦ ਅਗਰ ਵੇਖਿਆ ਜਾਏ ਤੇ ਸਾਡੇ ਕੋਲ ਆਉਂਦਾ ਸ਼ਬਦ ਬੋਧ। ਹੁਣ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ। 2 ਆਪਾਂ ਵਰਨ ਲੈਂਦੇ ਹਾਂ, ਘੱਗਾ ਤੇ ਰਾਰਾ। ਜਦੋਂ ਘੱਗਾ ਰਾਰਾ ਨੂੰ ਆਪਾਂ ਜੋੜਦੇ ਨੇ ਇੱਕ ਸਾਡੇ ਕੋਲ ਪ੍ਰੋਪਰ ਸ਼ਬਦ ਬਣ ਜਾਂਦਾ ਘਰ। ਠੀਕ ਹੈ ਜੀ। ਜਦੋਂ ਆਪਾਂ ਸ਼ਬਦਾਂ ਦਾ ਜਾਂ ਲਿਖਤੀ ਚਿੰਨ੍ਹਾਂ ਦਾ ਜਿਹੜਾ ਅਧਿਐਨ ਕਰਦੇ ਹਾਂ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ? ਸ਼ਬਦ ਬੋਧ। ਠੀਕ ਹੈ, ਕੋਈ ਵੀ ਭਾਸ਼ਾ ਜਿਹੜੀ ਹੈਗੀ ਆ ਉਹ ਵਰਨਾਂ ਤੋਂ ਬਣਦੀ ਜਾਂ ਧੁਨੀਆਂ ਤੋਂ ਬਣਦੀ ਹੈ ਤੇ ਧੁਨੀਆਂ ਨੂੰ ਕੋਈ ਨਾ ਕੋਈ ਲਿਖਤੀ ਚਿੰਨ੍ਹ ਜਿਹੜੇ ਹੈਗੇ ਆ ਉਹਨਾਂ ਦੇ ਦੁਆਰਾ ਦਰਸਾਇਆ ਜਾਂਦਾ ਵਾ। ਹੁਣ ਜਿੱਦਾਂ ਅੰਗਰੇਜ਼ੀ ਦੇ ਲਿਖਤੀ ਚਿੰਨ੍ਹ ਕੀ ਹੈਗੇ ਨੇ? ABC। ਪੰਜਾਬੀ ਦੇ ਕਿਹੜੇ ਹੈਗੇ ਨੇ? ਊੜਾ, ਐੜਾ, ਈੜੀ। ਠੀਕ ਹੈ, ਮਤਲਬ ਪੂਰੇ ਦੇ ਪੂਰੇ ਹੀ ਅੱਖਰ ਸਾਡੇ ਕੋਲ ਆ ਜਾਣਗੇ। ਇਸੇ ਤਰ੍ਹਾਂ ਹਿੰਦੀ ਦੇ ਵਿੱਚ ਅਸੀਂ ਵੇਖਿਆ ਜਾਏ ਕ, ਖ ਜਿਹੜਾ ਹੈਗਾ ਉਹਨੂੰ ਆਪਾਂ ਲਿਖਤੀ ਚਿੰਨ੍ਹ ਕਹਿ ਦਿੰਦੇ ਹਾਂ। ਮਤਲਬ ਹਿੰਦੀ ਭਾਸ਼ਾ ਨੂੰ ਦਰਸਾਉਣ ਵਾਸਤੇ ਆਪਾਂ ਕਿਹੜੇ ਲਿਖਤੀ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ? ਦੇਵਨਾਗਰੀ ਲਿਪੀ ਦੀ। ਇੰਗਲਿਸ਼ ਨੂੰ ਦਰਸਾਉਣ ਵਾਸਤੇ ਕਿਹਦੀ ਵਰਤੋਂ ਕਰਦੇ ਹਾਂ ਆਪਾਂ? ਰੋਮਨ ਲਿਪੀ ਦੀ। ਤੇ ਪੰਜਾਬੀ ਨੂੰ ਦਰਸਾਉਣ ਵਾਸਤੇ ਆਪਾਂ ਗੁਰਮੁਖੀ ਲਿਪੀ ਦੀ ਜਿਹੜੀ ਹੈਗੀ ਹੈ ਵਰਤੋਂ ਕਰਦੇ ਹਾਂ। ਤੇ ਜਦੋਂ ਇਹ ਜਿਹੜੀ ਵਰਤੋਂ ਹੈਗੀ ਹੈ, ਜਦੋਂ ਵਰਨ ਜਿਹੜੇ ਆਵਾਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਚਿੰਨ੍ਹਾਂ ਦੇ ਰਾਹੀਂ ਦਰਸਾਇਆ ਜਾਂਦਾ ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ? ਸ਼ਬਦ ਬੋਧ। ਨੰਬਰ 3 ਤੇ ਆ ਗਿਆ ਸਾਡੇ ਕੋਲ ਅਰਥ ਬੋਧ। ਹੁਣ ਅਗਰ ਵੇਖਿਆ ਜਾਏ ਸ਼ਬਦ ਕਈ ਤਰ੍ਹਾਂ ਦੇ ਹੁੰਦੇ ਨੇ। ਬਹੁਅਰਥਕ ਸ਼ਬਦ ਵੀ ਹੋ ਸਕਦੇ, ਮਤਲਬ ਇੱਕ ਸ਼ਬਦ ਜਿਹੜਾ ਹੈਗਾ ਉਹਦੇ ਕਈ ਅਰਥ ਨਿਕਲ ਸਕਦੇ ਨੇ। ਸਮਾਨਾਰਥਕ ਸ਼ਬਦ ਵੀ ਸਾਡੇ ਕੋਲ ਆ ਜਾਂਦੇ ਨੇ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵੀ ਅਸੀਂ ਵੇਖਦੇ ਹਾਂ। ਵਿਰੋਧੀ ਸ਼ਬਦ ਵੀ। ਮਤਲਬ ਜਦੋਂ ਅਸੀਂ ਅਲੱਗ-ਅਲੱਗ ਸ਼ਬਦਾਂ ਦੀ ਕੈਟੇਗਰੀ ਦਾ ਅਧਿਐਨ ਕਰਦੇ ਹਾਂ ਉਦੋਂ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਅਰਥ ਬੋਧ। ਨੰਬਰ 4 ਤੇ ਆ ਗਿਆ ਸਾਡੇ ਕੋਲੋਂ ਵਾਕ ਬੋਧ। ਹੁਣ ਵਾਕ ਬੋਧ ਕੀ ਹੈ? ਜਦੋਂ ਅਸੀਂ ਵਾਕਾਂ
ਦੇ ਨਿਯਮਾਂ ਦੀ ਰਚਨਾ ਦੇ ਬਾਰੇ ਜਾਂ ਵਾਕਾਂ ਦੇ ਸੰਬੰਧ ਦੇ ਵਿੱਚ ਅਸੀਂ ਵਿਚਾਰ ਕਰਦੇ ਹਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਵਾਕ ਬੋਧ। ਠੀਕ ਹੈ। ਫੋਰ ਐਗਜ਼ਾਮਪਲ ਵਾਕ ਜਿਹੜੇ ਉਹ ਕਈ ਤਰ੍ਹਾਂ ਦੇ ਹੋ ਸਕਦੇ ਆ। ਸਧਾਰਨ ਵਾਕ ਹੋ ਜਾਂਦਾ ਸਾਡੇ ਕੋਲੋਂ, ਇਸੇ ਤਰ੍ਹਾਂ ਮਿਸ਼ਰਤ ਵਾਕ। ਠੀਕ ਹੈ। ਜਦੋਂ ਵਾਕਾਂ ਦੀ ਅਲੱਗ-ਅਲੱਗ ਕੈਟੇਗਰੀ ਦੇ ਬਾਰੇ ਆਪਾਂ ਅਧਿਐਨ ਕਰਦੇ ਹਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਵਾਕ ਬੋਧ। ਅੱਗੇ ਗੱਲ ਕਰਦੇ ਹਾਂ ਅਸੀਂ ਭਾਸ਼ਾ ਜਾਂ ਬੋਲੀ ਦੀ। ਹੁਣ ਭਾਸ਼ਾ ਜਾਂ ਬੋਲੀ ਕੀ ਹੁੰਦੀ ਹੈ ਸਾਡੇ ਕੋਲੋਂ? ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਵਿਚਾਰ ਹੁੰਦੇ ਨੇ ਜਾਂ ਮਨੋਭਾਵ ਹੁੰਦੇ ਨੇ। ਆਪਾਂ ਆਪਣੇ ਵਿਚਾਰ ਜਾਂ ਮਨੋਭਾਵ ਜਦੋਂ ਦੂਸਰੇ ਮਨੁੱਖਾਂ ਦੇ ਨਾਲ ਸਾਂਝੇ ਕਰਦੇ ਹਾਂ ਤਾਂ ਉਹਦੇ ਲਈ ਕੋਈ ਨਾ ਕੋਈ ਸਾਧਨ ਵਰਤਦੇ ਆ ਅਤੇ ਉਹ ਸਾਧਨ ਨੂੰ ਆਪਾਂ ਕੀ ਕਹਿ ਦਿੰਦੇ ਆ, ਬੋਲੀ। ਠੀਕ ਹੈ। ਤੁਸੀਂ ਯਾਦ ਰੱਖਣਾ ਬੋਲੀ ਦੋ ਪ੍ਰਕਾਰ ਦੀ ਹੁੰਦੀ, ਇੱਕ ਆਮ ਬੋਲਚਾਲ ਦੀ ਬੋਲੀ ਹੈਗੀ ਹੈ, ਦੂਸਰਾ ਮੈਂ ਇੱਥੇ ਲਿਖਣਾ ਭੁੱਲ ਗਈ, ਮੈਂ ਇੱਥੇ ਲਿਖ ਦਿੰਦੀ ਹਾਂ। ਦੂਸਰੀ ਸਾਡੇ ਕੋਲੋਂ ਆ ਜਾਂਦੀ ਹੈ ਸਾਹਿਤਕ ਬੋਲੀ। ਠੀਕ ਹੈ ਜੀ। ਪਹਿਲੀ ਹੈਗੀ ਆਮ ਬੋਲਚਾਲ ਦੀ ਬੋਲੀ, ਦੂਜੀ ਹੈਗੀ ਸਾਹਿਤਕ। ਸਾਹਿਤਕ ਜਿਹੜੀ ਹੈਗੀ ਇਹਨੂੰ ਟਕਸਾਲੀ ਬੋਲੀ ਵੀ ਕਿਹਾ ਜਾਂਦਾ ਵਾ। ਠੀਕ ਹੈ। ਜਿਹੜੀ ਸਾਹਿਤਕ ਬੋਲੀ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਟਕਸਾਲੀ ਬੋਲੀ ਵੀ ਕਹਿ ਦਿੰਦੇ ਹਾਂ। ਹੁਣ ਆਮ ਬੋਲਚਾਲ ਦੀ ਬੋਲੀ ਕੀ ਹੁੰਦੀ ਹੈ? ਤੁਸੀਂ ਆਪਣੇ ਆਲੇ ਦੁਆਲੇ ਦੇਖਿਆ ਹੋਏਗਾ, ਇੱਕ ਪਿੰਡ ਦੇ ਲੋਕਾਂ ਦੀ ਬੋਲੀ ਦਾ ਦੂਜੇ ਪਿੰਡ ਦੇ ਲੋਕਾਂ ਦੀ ਬੋਲੀ ਨਾਲੋਂ ਕਾਫੀ ਭਿੰਨਤਾ ਹੁੰਦੀ ਹੈ। ਠੀਕ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿੱਦਾਂ ਇੱਕ ਪਿੰਡ ਦੇ ਵਿੱਚ ਕੁੜੀ ਸ਼ਬਦ ਕਿਹਾ ਜਾਂਦਾ ਹੈ ਤਾਂ ਉਹੀ ਸ਼ਬਦ ਦੂਜੇ ਪਿੰਡ ਵਿੱਚ ਕਈ ਲੋਕ ਉਹਨੂੰ ਕੁੜੀ ਕਹਿੰਦੇ ਹੋਣਗੇ। ਠੀਕ ਹੈ ਜੀ। ਜਦੋਂ ਆਮ ਬੋਲਚਾਲ ਦੀ ਬੋਲੀ ਉਹ ਹੁੰਦੀ ਹੈ ਜਦੋਂ ਨਿਯਮਾਂ ਦਾ ਪੂਰੀ ਤਰ੍ਹਾਂ ਖਿਆਲ ਨਹੀਂ ਰੱਖਿਆ ਜਾਂਦਾ। ਦੂਜੀ ਹੈਗੀ ਸਾਹਿਤਕ ਬੋਲੀ। ਸਾਹਿਤਕ ਬੋਲੀ ਜਾਂ ਟਕਸਾਲੀ ਭਾਸ਼ਾ ਆਪਾਂ ਕਿਹਨੂੰ ਕਹਿੰਦੇ ਹੈਗੇ ਆ? ਜਿਹਦੇ ਵਿੱਚ ਅਖਬਾਰਾਂ ਛਪਦੀਆਂ ਨੇ ਜਾਂ ਕਿਤਾਬਾਂ ਦੀ ਛਪਾਈ ਹੁੰਦੀ ਹੈ। ਇਹਨਾਂ ਜਦੋਂ ਕਿਤਾਬਾਂ ਛਪਦੀਆਂ ਜਾਂ ਅਖਬਾਰਾਂ ਛਾਪੀਆਂ ਜਾਂਦੀਆਂ ਨੇ ਉਹਦੇ ਵਿੱਚ ਕੀ ਹੈਗਾ, ਭਾਸ਼ਾ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ ਜਾਂਦਾ, ਉਹਨੂੰ ਆਪਾਂ ਕੀ ਬੋਲਦੇ ਨੇ, ਟਕਸਾਲੀ ਜਾਂ ਸਾਹਿਤਕ ਬੋਲੀ। ਹੁਣ ਕੁਐਸਚਨ ਪੁੱਛਿਆ ਜਾਂਦਾ ਕਈ ਵਾਰੀ ਕਿ ਪੰਜਾਬੀ ਦੀ ਟਕਸਾਲੀ ਉਪਭਾਸ਼ਾ ਕਿਹੜੀ ਆ? ਆਨਸਰ ਕੀ ਆਏਗਾ, ਮਾਝੀ। ਬੜਾ ਹੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ। ਮਾਝੀ ਜਿਹੜੀ ਹੈਗੀ ਆ ਸਾਡੀ ਟਕਸਾਲੀ ਜਾਂ ਸਾਹਿਤਕ ਭਾਸ਼ਾ ਹੈਗੀ ਹੈ ਅਤੇ ਮਾਝੀ ਜਿਹੜੀ ਇਹਨੂੰ ਆਪਾਂ ਕੇਂਦਰੀ ਬੋਲੀ ਵੀ ਕਹਿ ਦਿੰਦੇ ਹਾਂ। ਠੀਕ ਹੈ। ਮਾਝੀ ਭਾਸ਼ਾ ਨੂੰ ਆਪਾਂ ਹੋਰ ਕੀ ਕਹਿੰਦੇ ਹਾਂ, ਕੇਂਦਰੀ ਬੋਲੀ। ਹੁਣ ਮਾਝੀ ਨੂੰ ਕੇਂਦਰੀ ਬੋਲੀ ਕਿਉਂ ਕਹਿੰਦੇ ਆ? ਹੁਣ ਤੁਹਾਨੂੰ ਪਤਾ ਹੀ 1947 ਵਿੱਚ ਪੱਛਮੀ ਪੰਜਾਬ ਬਣਿਆ, ਪੂਰਬੀ ਪੰਜਾਬ ਬਣਿਆ। ਪੱਛਮੀ ਅਤੇ ਪੂਰਬੀ ਪੰਜਾਬ ਬਣਨ ਤੋਂ ਪਹਿਲਾਂ ਅਗਰ ਵੇਖਿਆ ਜਿਹੜਾ ਸਾਂਝਾ ਪੰਜਾਬ ਸੀ ਉਹਦੇ ਵਿੱਚ ਮਾਝੇ ਦਾ ਇਲਾਕਾ ਜਿਹੜਾ ਸੀਗਾ ਉਹ ਬਿਲਕੁਲ ਕੇਂਦਰ ਦੇ ਵਿੱਚ ਸੀਗਾ। ਠੀਕ ਹੈ। ਕੇਂਦਰ ਵਿੱਚ ਹੋਣ ਕਰਕੇ ਇਹਨੂੰ ਕੇਂਦਰੀ ਬੋਲੀ ਦਾ ਨਾਮ ਵੀ ਦਿੱਤਾ ਜਾਂਦਾ। ਜੇ ਤੁਹਾਨੂੰ ਪੇਪਰ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਪੰਜਾਬੀ ਦੀ ਕੇਂਦਰੀ ਉਪਭਾਸ਼ਾ ਕਿਹੜੀ ਹੈ, ਠੀਕ ਹੈ, ਮਾਝੀ ਆਊਗਾ। ਜੇ ਟਕਸਾਲੀ ਭਾਸ਼ਾ ਪੁੱਛਿਆ ਜਾਂਦਾ ਫਿਰ ਵੀ ਮਾਝੀ ਆਏਗਾ। ਜੇ ਤੁਹਾਨੂੰ ਸਾਹਿਤਕ ਭਾਸ਼ਾ ਪੁੱਛਿਆ ਜਾਂਦਾ ਤਾਂ ਉਹ ਵੀ ਤੁਹਾਡੇ ਕੀ ਆਊਗਾ, ਮਾਝੀ ਆਊਗਾ। ਠੀਕ ਹੈ। ਤੁਸੀਂ ਯਾਦ ਰੱਖਣਾ। ਅੱਗੇ ਆਪਾਂ ਗੱਲ ਕਰਦੇ ਹੈਗੇ ਆ। ਹਾਂ, ਇੱਕ ਗੱਲ ਤੁਸੀਂ ਯਾਦ ਰੱਖਣੀ, ਪੰਜਾਬੀ ਦੇ ਵਿੱਚ 5 ਅੱਖਰ ਨੇ, ঞ, ಞ, ਨਾਣਾ, ਰਾੜਾ ਅਤੇ ਲੱਲੇ ਦੇ ਪੈਰ 'ਚ ਬਿੰਦੀ। ਇਹ ਸਾਡੇ ਕੋਲੋਂ 5 ਧੁਨੀਆਂ ਨੇ। ਠੀਕ ਹੈ। ਯਾਦ ਰੱਖਣਾ ਕਿੰਨੀਆਂ ਧੁਨੀਆਂ ਨੇ, 5 ਧੁਨੀਆਂ ਨੇ ਜਿਨ੍ਹਾਂ ਨਾਲ ਕਿਸੇ ਵੀ ਸ਼ਬਦ ਦੀ ਸ਼ੁਰੂਆਤ ਨਹੀਂ ਹੁੰਦੀ ਹੈਗੀ। ਠੀਕ ਹੈ। 5 ਧੁਨੀਆਂ ਪੰਜਾਬੀ ਵਿੱਚ ਜਿਨ੍ਹਾਂ ਨਾਲ ਕਿਸੇ ਵੀ ਸ਼ਬਦ ਦੀ ਸ਼ੁਰੂਆਤ ਨਹੀਂ ਹੁੰਦੀ। ਅੱਗੇ ਆਪਾਂ ਗੱਲ ਕਰਦੇ ਹਾਂ ਦੁੱਤ ਅੱਖਰ। ਦੁੱਤ ਅੱਖਰ ਕੀ ਹੁੰਦੇ ਨੇ ਹੁਣ? ਠੀਕ ਹੈ। ਦੁੱਤ ਅੱਖਰ ਉਹ ਹੁੰਦੇ ਨੇ ਜਿਨ੍ਹਾਂ ਦੀ ਵਰਤੋਂ ਪੈਰਾਂ ਦੇ ਵਿੱਚ ਕੀਤੀ ਜਾਂਦੀ ਹੈ। ਠੀਕ ਹੈ ਜੀ। ਦੁੱਤ ਅੱਖਰ ਕਿਹੜੇ ਹੁੰਦੇ ਨੇ ਜਿਨ੍ਹਾਂ ਦੀ ਵਰਤੋਂ ਪੈਰਾਂ ਵਿੱਚ ਕੀਤੀ ਜਾਂਦੀ ਹੈ? ਸਾਡੇ ਕੋਲ 3 ਅੱਖਰ ਨੇ, ਹਾਹਾ, ਰਾਰਾ ਅਤੇ ਵੋਵਾ। ਠੀਕ ਹੈ। ਜਿੱਦਾਂ ਆਪਾਂ ਲਿਖਿਆ ਪੜ੍ਹਾਈ। ਠੀਕ ਹੈ। ਪੜ੍ਹਾਈ ਲਿਖਿਆ, ਜੜ ਲਿਖਿਆ, ਜਿੰਨਾ ਲਿਖਿਆ, ਇਹਨਾਂ ਦੇ ਪੈਰ ਵਿੱਚ, ਰਾੜੇ ਦੇ ਪੈਰ ਵਿੱਚ ਕੀ ਆ ਗਿਆ, ਹਾਹਾ ਅੱਖਰ ਆ ਗਿਆ। ਠੀਕ ਹੈ। ਇਸੇ ਤਰ੍ਹਾਂ ਰਾਰਾ ਜਿਹੜਾ ਲਿਖਦੇ ਆਪਾਂ ਪੈਰਾਂ ਵਿੱਚ, ਪ੍ਰਗਟ, ਪ੍ਰਸ਼ਨ, ਪ੍ਰਾਰਥਨਾ ਅਤੇ ਪ੍ਰੋਫੈਸਰ ਹੋ ਗਿਆ। ਇਸੇ ਤਰ੍ਹਾਂ ਵੋਵਾ ਅੱਖਰ ਹੈ। ਵੋਵਾ ਅੱਖਰ ਜਿਹੜਾ ਪੈਰਾਂ ਵਿੱਚ ਜਿੱਦਾਂ ਸਵੈ ਜੀਵਨੀ ਲਿਖਿਆ, ਸਵੈ ਮਾਣ ਲਿਖਿਆ, ਸਵੈ ਵਿਸ਼ਵਾਸ ਲਿਖਿਆ। ਠੀਕ ਹੈ। ਇਹਨਾਂ ਨੂੰ ਆਪਾਂ ਦੁੱਤ ਅੱਖਰ ਕਹਿ ਦਿੰਦੇ ਹਾਂ। ਹੁਣ ਤੁਸੀਂ ਯਾਦ ਰੱਖਣਾ ਹੈ ਕਿ ਪੰਜਾਬੀ ਵਿੱਚ ਦੁੱਤ ਅੱਖਰਾਂ ਦੀ ਵਰਤੋਂ ਬਹੁਤ ਜ਼ਿਆਦਾ ਘੱਟ ਕਰ ਦਿੱਤੀ ਗਈ ਹੈ। ਠੀਕ ਹੈ। ਹਾਹਾ ਅਤੇ ਰਾਰੇ ਦੀ ਵਰਤੋਂ ਹੱਲੇ ਵੀ ਹੁੰਦੀ ਹੈ, ਪਰ ਵੋਵਾ ਜਿਹੜਾ ਹੈਗਾ ਨਾ ਮਾਤਰ ਹੀ ਇਹਦੀ ਵਰਤੋਂ ਹੁੰਦੀ। ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਪੰਜਾਬੀ ਵਿੱਚ ਕਿਹੜੇ ਦੁੱਤ ਅੱਖਰ ਦੀ ਵਰਤੋਂ ਬਹੁਤ ਘੱਟ ਗਈ ਹੈ? ਵੋਵੇ ਦੀ ਵਰਤੋਂ ਬਹੁਤ ਜ਼ਿਆਦਾ ਘੱਟ ਹੋ ਗਈ ਹੈ। ਟੋਟਲ ਪੰਜਾਬੀ ਵਿੱਚ ਦੁੱਤ ਅੱਖਰ ਕਿੰਨੇ ਨੇ?
ਤਿੰਨ ਨੇ। ਕਿਹੜਾ ਕਿਹੜਾ ਸਾਡੇ ਕੋਲੋਂ ਹਾਹਾ ਰਾਰਾ ਤੇ ਵੋਵਾ। ਦੋ ਅੱਖਰ ਕਿਹੜੇ ਹੁੰਦੇ ਨੇ ਜਿਹੜੇ ਦੋਵੇਂ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਨੇ, ਠੀਕ ਹੈ, ਦੋਨੋਂ ਅੱਖਰ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਨੇ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਦੁੱਤ ਅੱਖਰ। ਅੱਗੇ ਗੱਲ ਕਰਦੇ ਆ ਲਗਾਂ ਦੀ। ਹੁਣ ਲਗਾਂ ਕੀ ਹੁੰਦੀਆਂ ਨੇ, ਠੀਕ ਹੈ, ਜਿਹੜੀਆਂ ਸਵਰ ਧੁਨੀਆਂ ਨੂੰ ਅੰਕਿਤ ਕਰਨ ਲਈ ਕੁਝ ਚਿੰਨ੍ਹ ਬਣਾਏ ਜਾਂਦੇ ਨੇ, ਠੀਕ ਹੈ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ, ਲਗਾਂ ਕਹਿ ਦਿੰਦੇ ਆ। ਹੁਣ ਗੁਰਮੁਖੀ ਲਿਪੀ ਵਿੱਚ ਤੁਸੀਂ ਯਾਦ ਰੱਖਣਾ ਹੈ ਕਿ ਟੋਟਲ ਕਿੰਨੀਆਂ ਲਗਾਂ ਨੇ, 10 ਲਗਾਂ ਨੇ। ਕਿੰਨੀਆਂ ਲਗਾਂ ਨੇ, 10 ਹੈਗੀਆਂ। ਕੁਐਸਚਨ ਬੜੀ ਵਾਰੀ ਰਿਪੀਟ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਟੋਟਲ ਲਗਾਂ ਦੀ ਗਿਣਤੀ ਕਿੰਨੀ ਹੈ, 10 ਹੈ। ਹੁਣ ਕਿਹੜੀ ਹੈ, ਮੁਕਤਾ, ਠੀਕ ਹੈ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਿਨੌੜਾ, ਠੀਕ ਹੈ। ਇਹਨਾਂ ਸਾਰਿਆਂ ਨੂੰ ਆਪਾਂ ਕੀ ਕਹਿ ਦਿੰਦੇ ਆ, ਲਗਾਂ ਕਹਿ ਦਿੰਦੇ ਹੈਗੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਲਗਾਖਰ ਦੀ। ਜਿੱਦਾਂ ਦੁੱਤ ਅੱਖਰਾਂ ਦੀ ਗਿਣਤੀ 3 ਹੈ, ਇਸੇ ਤਰ੍ਹਾਂ ਲਗਾਖਰ ਵੀ ਸਾਡੇ ਕੋਲ 3 ਨੇ। ਕਿਹੜੇ ਬਿੰਦੀ, ਟਿੱਪੀ ਤੇ ਅਦਕ, ਠੀਕ ਹੈ, ਯਾਦ ਰੱਖਣਾ ਮੈਂ, ਬਿੰਦੀ, ਟਿੱਪੀ ਤੇ ਅਦਕ। ਹੁਣ ਬਿੰਦੀ ਨਾਲ ਜਿੱਦਾਂ ਆਪਾਂ ਲਿਖਿਆ ਗੇਂਦ, ਠੀਕ ਹੈ, ਮੰਨ ਲਓ ਜੇ ਅਸੀਂ ਇਹ ਲਗਾਖਰ ਦੀ ਵਰਤੋਂ ਨਹੀਂ ਕਰਦੇ ਹੈਗੇ ਤੇ ਇਹਦੇ ਬੋਲਣ ਦਾ ਤਰੀਕਾ ਜਾਂ ਇਹਦਾ ਮਤਲਬ ਹੀ ਚੇਂਜ ਹੋ ਜਾਂਦਾ, ਗੇਦ ਹੋ ਜਾਏਗਾ। ਮਤਲਬ ਗੇਦ ਦਾ ਕੋਈ ਮਤਲਬ ਤਾਂ ਨਹੀਂ ਹੈ ਨਾ, ਠੀਕ ਹੈ। ਇਸੇ ਤਰ੍ਹਾਂ ਅਗਰ ਵੇਖਿਆ ਜਾਏ ਸਾਡੇ ਕੋਲ ਸ਼ਬਦ ਹੈਗਾ ਪੱਤਾ, ਠੀਕ ਹੈ, ਜੇ ਆਪਾਂ ਇਹਦੇ ਉੱਪਰ ਅਦਕ ਨਹੀਂ ਪਾਉਂਦੇ ਹੈਗੇ ਤੇ ਇਹਦਾ ਮਤਲਬ ਹੀ ਬਦਲ ਜਾਵੇਗਾ। ਮਤਲਬ ਪੱਤਾ ਜਿਹੜਾ ਹੈਗਾ ਉਹਨੂੰ ਪਤਾ ਲਿਖ ਦਿੱਤਾ ਜਾਂਦਾ ਹੈਗਾ। ਇਸ ਕਰਕੇ ਲਗਾਖਰਾਂ ਦੀ ਵਰਤੋਂ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਜ਼ਰੂਰੀ ਹੈ। ਲਗਾਖਰ ਕਿੰਨੇ ਸਾਡੇ ਕੋਲੋਂ 3 ਹੈਗੇ ਨੇ, ਠੀਕ ਹੈ। 3 ਲਗਾਖਰ ਕਿਹੜੇ, ਬਿੰਦੀ, ਟਿੱਪੀ ਤੇ ਅਦਕ ਹੈਗੇ। ਹੁਣ ਯਾਦ ਰੱਖਣਾ ਇੱਕ ਕੁਐਸਚਨ ਬੜਾ ਇੰਪੋਰਟੈਂਟ ਅਦਕ ਬਾਰੇ ਪੁੱਛਿਆ ਜਾਂਦਾ ਹੈ ਕਿ ਅਦਕ ਦੀ ਵਰਤੋਂ ਕਾਹਦੇ ਵਾਸਤੇ ਹੁੰਦੀ ਹੈ ਪੰਜਾਬੀ ਭਾਸ਼ਾ ਵਿੱਚ, ਬਲ ਦੇਣ ਲਈ, ਠੀਕ ਹੈ, ਕਿਸੇ ਵੀ ਚੀਜ਼ 'ਤੇ ਜ਼ੋਰ ਦੇਣ ਲਈ ਜਾਂ ਬਲ ਦੇਣ ਲਈ ਅਦਕ ਦੀ ਵਰਤੋਂ ਕੀਤੀ ਜਾਂਦੀ ਹੈਗੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਸ਼ਬਦ ਬੋਧ ਦੀ, ਠੀਕ ਹੈ। ਸ਼ਬਦ ਬੋਧ ਵਿੱਚ ਅਗਰ ਵੇਖਿਆ ਜਾਏ ਸਾਡੇ ਕੋਲੋਂ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਨੇ, ਸ਼ਬਦ ਸਾਡੇ ਕੋਲ 2 ਤਰ੍ਹਾਂ ਦੇ ਹੁੰਦੇ ਆ, ਠੀਕ ਹੈ, ਯਾਦ ਰੱਖਣਾ। ਸ਼ਬਦ ਕਿੰਨੀ ਤਰ੍ਹਾਂ ਦੇ ਨੇ ਸਾਡੇ ਕੋਲੋਂ, 2 ਤਰ੍ਹਾਂ ਦੇ। ਇੱਕ ਹੁੰਦੇ ਸਾਡੇ ਕੋਲ ਸਾਰਥਕ ਸ਼ਬਦ, ਇੱਕ ਹੁੰਦੇ ਆ ਨਿਰਾਰਥਕ ਸ਼ਬਦ। ਉਦਾਹਰਨ ਦੇ ਤੌਰ 'ਤੇ ਤੁਹਾਨੂੰ ਮੈਂ ਦੱਸ ਦੇਵਾਂ, ਆਮ ਬੋਲਚਾਲ ਦੀ ਬੋਲੀ ਦੇ ਵਿੱਚ ਅਸੀਂ ਜਿਹਦਾ ਸ਼ਬਦ ਵਰਤਦੇ ਹਾਂ ਪਾਣੀ, ਤੇ ਪਾਣੀ ਦੇ ਨਾਲ ਆਪਾਂ ਕੀ ਕਹਿ ਦਿੰਦੇ ਹਾਂ, ਪੂਣੀ, ਠੀਕ ਹੈ। ਇਸੇ ਤਰ੍ਹਾਂ ਆਪਾਂ ਕੀ ਕਰਦੇ ਹੈਗੇ ਆ, ਜਿੱਦਾਂ ਅਸੀਂ ਸ਼ਬਦ ਰੋਟੀ, ਰਾਟੀ, ਇਸੇ ਤਰ੍ਹਾਂ ਚਾਹ, ਚੂ, ਠੀਕ ਹੈ, ਇਹਨਾਂ ਸਾਰੇ ਸ਼ਬਦਾਂ ਦੀ ਆਪਾਂ ਵਰਤੋਂ ਕਰਦੇ ਹਾਂ। ਹੁਣ ਰੋਟੀ ਤੇ ਕੀ ਹੈਗਾ, ਇੱਕ ਸਾਰਥਕ ਸ਼ਬਦ ਹੈ, ਮਤਲਬ ਪੰਜਾਬੀ ਦੇ ਵਿੱਚ ਇਹਨੂੰ ਮਾਨਤਾ ਮਿਲੀ ਹੈ। ਪਰ ਰਾਟੀ ਤੇ ਕੋਈ ਸ਼ਬਦ ਨਹੀਂ ਨਾ ਹੈਗਾ, ਮਤਲਬ ਰੋਟੀ ਸਾਡੇ ਕੋਲ ਸਹੀ ਸ਼ਬਦ ਹੈ ਤੇ ਰਾਟੀ ਕੀ ਹੈਗਾ ਸਾਡੇ ਕੋਲ ਗਲਤ ਸ਼ਬਦ ਹੈ। ਇਸ ਕਰਕੇ ਰੋਟੀ ਕੀ ਹੋ ਗਿਆ ਸਾਡੇ ਕੋਲ ਸਾਰਥਕ ਸ਼ਬਦ ਤੇ ਰਾਟੀ ਕੀ ਹੋ ਗਿਆ ਸਾਡੇ ਕੋਲ ਨਿਰਾਰਥਕ ਸ਼ਬਦ, ਠੀਕ ਹੈ। ਆ ਵੇਖੋ ਜਿੱਦਾਂ ਲਿਖਿਆ, ਸਾਰਥਕ ਸ਼ਬਦ ਉਹਨਾਂ ਸ਼ਬਦਾਂ ਨੂੰ ਕਹਿੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਹੈ, ਤੇ ਨਿਰਾਰਥਕ ਸ਼ਬਦ ਕਿਹੜੇ ਹੁੰਦੇ ਨੇ, ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ ਹੁੰਦਾ। ਜਿੱਦਾਂ ਪਾਣੀ, ਪੂਣੀ, ਰੋਟੀ, ਰਾਟੀ, ਕੱਪੜਾ, ਕੁਪੜਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈਗਾ ਵਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਸਾਰਥਕ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਆ। ਸਾਰਥਕ ਸ਼ਬਦ ਜਿਹੜੇ ਹੈਗੇ ਇਹ 8 ਪ੍ਰਕਾਰ ਦੇ ਹੁੰਦੇ ਨੇ। ਸਭ ਤੋਂ ਪਹਿਲਾਂ ਆ ਗਿਆ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ, ਠੀਕ ਹੈ। ਤੁਸੀਂ ਯਾਦ ਰੱਖਣਾ ਹੈ। ਇਹੀ ਅਗਲੇ ਲੈਕਚਰ ਦੇ ਵਿੱਚ ਕਰਾਂਗੇ ਕਿ ਨਾਂਵ ਕੀ ਹੁੰਦਾ, ਪੜਨਾਂਵ ਕੀ ਹੁੰਦਾ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਕ ਕੀ ਹੁੰਦੇ ਨੇ ਤੇ ਇਹਨਾਂ ਦੀਆਂ ਕਿਸਮਾਂ ਕੀ ਕਹਿੰਦੀਆਂ ਨੇ। ਹੁਣ ਦੁਬਾਰਾ ਇੱਕ ਵਾਰੀ ਫਿਰ ਨਜ਼ਰ ਮਾਰ ਲੈਂਦੇ ਹਾਂ। ਪੇਪਰ ਦੇ ਪੁਆਇੰਟ ਆਫ ਵਿਊ ਨਾਲ ਵੇਖਿਆ ਜਾਏ, ਸਭ ਤੋਂ ਪਹਿਲਾਂ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਵਿਆਕਰਨ ਕਿਹਨੂੰ ਕਹਿੰਦੇ ਆ, ਜਿਨ੍ਹਾਂ ਦੇ ਵਿੱਚ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਉਹਨੂੰ ਆਪਾਂ ਵਿਆਕਰਨ ਕਹਿੰਦੇ। ਕਿਸੇ ਵੀ ਭਾਸ਼ਾ ਦਾ ਸ਼ੁੱਧ ਰੂਪ ਲਿਖਣ ਜਾਂ ਬੋਲਣ ਵਾਸਤੇ ਜਦੋਂ ਆਪਾਂ ਨਿਯਮਾਂ ਦੀ ਵਰਤੋਂ ਕਰਦੇ ਉਹਨੂੰ ਵਿਆਕਰਨ ਕਹਿੰਦੇ ਆ। ਵਿਆਕਰਨ ਦੇ ਕਿੰਨੇ ਭਾਗ ਨੇ, 4 ਨੇ। ਕਿਹੜੇ? ਧੁਨੀ ਬੋਧ, ਅਰਥ ਬੋਧ, ਸ਼ਬਦ ਬੋਧ ਤੇ ਵਾਕ ਬੋਧ, ਠੀਕ ਹੈ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ,
ਧੁਨੀ। ਠੀਕ ਹੈ, ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਸਾਡੇ ਕੋਲੋਂ? ਧੁਨੀ ਆ ਗਿਆ। ਠੀਕ ਹੈ, ਧੁਨੀ ਬੋਧ ਵਿੱਚ ਆਪਾਂ ਕੀ ਕਰਦੇ ਹਾਂ? ਆਵਾਜ਼ਾਂ ਦਾ ਅਧਿਐਨ ਕਰਦੇ ਹਾਂ। ਸ਼ਬਦ ਬੋਧ ਵਿੱਚ ਕੀ ਕੀਤਾ ਜਾਂਦਾ ਵੈ? ਅਸਲ ਸ਼ਬਦ ਬੋਧ ਵਿੱਚ ਲਿਖਤੀ ਚਿੰਨ੍ਹਾਂ ਵਿੱਚ ਜਿਹੜੇ ਅੱਖਰ ਹੁੰਦੇ ਨੇ ਉਹਨਾਂ ਦਾ ਅਧਿਐਨ ਕੀਤਾ ਜਾਂਦਾ। ਅਰਥ ਬੋਧ ਵਿੱਚ ਕੀ ਹੁੰਦਾ ਵਾ? ਅਲੱਗ-ਅਲੱਗ ਕੈਟੇਗਰੀ ਦੇ ਅਲੱਗ-ਅਲੱਗ ਕਿਸਮ ਦੇ ਜਿਹੜੇ ਸ਼ਬਦ ਹੈਗੇ ਨੇ ਉਹਨਾਂ ਦਾ ਅਧਿਐਨ ਹੁੰਦਾ। ਵਾਕ ਬੋਧ ਕੀ ਹੈਗਾ? ਵਾਕ ਬੋਧ ਵਿੱਚ ਵਾਕ ਦੀ ਸਰਚਨਾ, ਉਹਦੇ ਨਿਯਮ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ। ਤੇ ਵਾਕ ਕੀ ਹੈਗਾ? ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈਗੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਬੋਲੀ ਦੀ। ਬੋਲੀ ਜਿਹੜੀ ਹੈਗੀ ਹੈ ਕਿੰਨੇ ਤਰ੍ਹਾਂ ਦੀ ਹੁੰਦੀ? ਦੋ ਤਰ੍ਹਾਂ ਦੀ, ਆਮ ਬੋਲਚਾਲ ਦੀ ਬੋਲੀ ਤੇ ਦੂਸਰੀ ਕਿਹੜੀ ਸੀਗੀ ਸਾਡੇ ਕੋਲੋਂ? ਟਕਸਾਲੀ ਬੋਲੀ। ਠੀਕ ਹੈ, ਹੁਣ ਪੰਜਾਬੀ ਭਾਸ਼ਾ ਵਿੱਚ 5 ਅੱਖਰ ਇੱਦਾਂ ਦੇ ਨੇ, 5 ਵਰਨ ਇੱਦਾਂ ਦੇ ਨੇ, ঞ, ਨਾਣਾ, ਰਾੜਾ ਤੇ ਲੱਲੇ ਦੇ ਪੈਰ 'ਚ ਬਿੰਦੀ। ਇਹਨਾਂ ਦੀ ਵਰਤੋਂ ਕਦੀ ਵੀ ਕਿਸੇ ਸ਼ਬਦ ਦੀ ਸ਼ੁਰੂਆਤ ਵਿੱਚ ਨਹੀਂ ਕੀਤੀ ਜਾਂਦੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਦੁੱਤ ਅੱਖਰ ਕਿੰਨੇ ਤਰ੍ਹਾਂ ਦੇ ਸੀਗੇ? 3 ਤਰ੍ਹਾਂ ਦੇ। ਦੁੱਤ ਅੱਖਰ ਦੀ ਵਰਤੋਂ ਕਿੱਥੇ ਹੁੰਦੀ ਹੈ? ਪੈਰਾਂ ਦੇ ਵਿੱਚ ਹੁੰਦੀ ਹੈ। ਕਿਹੜੇ ਦੁੱਤ ਅੱਖਰ ਸੀਗੇ ਸਾਡੇ ਕੋਲੋਂ? ਹਾਹਾ, ਰਾਰਾ ਤੇ ਵੋਵਾ। ਉਸ ਤੋਂ ਬਾਅਦ ਲਗਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਚਿੰਨ੍ਹਾਂ ਦੇ ਨਾਲ ਲਿਖਿਆ ਜਾਂਦਾ, ਲਿਪੀ ਚਿੰਨ੍ਹ ਇਹਨਾਂ ਨੂੰ ਕਿਹਾ ਜਾਂਦਾ ਵਾ। ਠੀਕ ਹੈ, ਇਹ ਕਿੰਨੇ ਹੈਗੇ ਨੇ ਸਾਡੇ ਕੋਲੋਂ? 10 ਹੈਗੇ ਨੇ। ਇਹਨਾਂ ਨੂੰ ਯਾਦ ਕਰਨ ਦਾ ਮੈਂ ਤਰੀਕਾ ਵੀ ਤੁਹਾਨੂੰ ਦੱਸ ਦੇਵਾਂਗੀ ਕਿ ਕਿੱਦਾਂ ਇਹਨਾਂ ਨੂੰ ਯਾਦ ਕਰੀਦਾ ਹੈਗਾ ਵਾ। ਹਰ ਇੱਕ ਜਿਹੜਾ ਅੱਖਰ ਹੈਗਾ ਉਹਦੇ ਨਾਲ ਲਗਾਂ ਲਗਾਈਆਂ ਜਾਂਦੀਆਂ, ਲਗਾਂ ਲਗਾ ਕੇ ਸ਼ਬਦ ਬਣਾਏ ਜਾਂਦੇ ਹੈਗੇ। ਉਸ ਤੋਂ ਬਾਅਦ ਅਸੀਂ ਗੱਲ ਕੀਤੀ ਸੀ ਲਗਾਖਰ। ਲਗਾਖਰ ਸਾਡੇ ਕੋਲੋਂ ਕਿੰਨੀ ਤਰ੍ਹਾਂ ਦੇ ਨੇ? ਲਗਾਖਰ ਵੀ ਸਾਡੇ ਕੋਲੋਂ 3 ਤਰ੍ਹਾਂ ਦੇ ਨੇ। ਕਿਹੜੇ ਲਗਾਖਰ ਸੀਗੇ? ਬਿੰਦੀ, ਟਿੱਪੀ ਤੇ ਅਦਕ। ਅਦਕ ਦੀ ਵਰਤੋਂ ਕਿੱਥੇ ਕਰਦੇ ਆ ਆਪਾਂ? ਬਲ ਦੇਣ ਲਈ। ਉਸ ਤੋਂ ਬਾਅਦ ਆ ਗਿਆ ਸ਼ਬਦ ਬੋਧ। ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਨੇ? 2 ਤਰ੍ਹਾਂ ਦੇ, ਸਾਰਥਕ ਤੇ ਨਿਰਾਰਥਕ ਸ਼ਬਦ। ਉਸ ਤੋਂ ਇਲਾਵਾ ਜਿਹੜਾ ਸ਼ਬਦ ਸਾਰਥਕ ਸ਼ਬਦ ਅੱਗੋਂ ਕਿੰਨੀ ਤਰ੍ਹਾਂ ਦੇ ਹੁੰਦੇ ਨੇ? 8 ਪ੍ਰਕਾਰ ਦੇ ਹੁੰਦੇ ਨੇ। ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਤ। ਥੈਂਕ ਯੂ।